ਹੈਲੋ एवरीवन, ਵੈਲਕਮ ਟੂ ਭਾਰਤ ਆਈਕਿਊ ਐਜੂਕੇਸ਼ਨ। ਅੱਜ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ ਜਨਰਲ ਅਵੇਅਰਨੈਸ ਦੇ MCQ ਜਿਹੜੇ ਕਿ ਪਾਰਟ 3 ਰਹੇਗਾ। ਇਸ ਤੋਂ ਪਹਿਲਾਂ ਆਪਾਂ ਨੇ 2 ਪਾਰਟ ਕਵਰ ਕਰ ਲਏ ਨੇਗੇ ਜਿਹੜੇ ਕਿ ਪਲੇਲਿਸਟ ਦੇ ਵਿੱਚ ਮੌਜੂਦ ਨੇ, ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋ। ਸਾਡਾ ਮਕਸਦ ਇਹ ਸੀਰੀਜ਼ ਦਾ ਇਹੀ ਹੈ ਕਿ ਘੱਟ ਟਾਈਮ ਦੇ ਵਿੱਚ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇ। ਇਸੇ ਕਰਕੇ ਇੱਕ ਕੁਐਸਚਨ ਦੇ ਨਾਲ ਨਾਲ ਤੁਹਾਨੂੰ ਹੋਰ ਵੀ ਜਿੰਨੀਆਂ ਇਨਫੋਰਮੇਸ਼ਨ ਮਿਲਦੀਆਂ ਨੇਗੀਆਂ, ਚਾਹੇ ਉਹ ਉਹਨਾਂ ਦੇ ਆਪਸ਼ਨ ਨਾਲ ਰਿਲੇਟਡ ਹੋਣ ਜਾਂ ਕੋਈ ਹੋਰ ਐਕਸਟਰਾ ਇਨਫੋਰਮੇਸ਼ਨ ਜਿਹੜੀ ਕਿ ਪੇਪਰਾਂ 'ਚ ਪੁੱਛੀ ਜਾ ਰਹੀ ਹੈ ਜਾਂ ਪੁੱਛੀ ਜਾ ਸਕਦੀ ਹੈ, ਉਹ ਤੁਹਾਨੂੰ ਕਵਰ ਕਰਵਾਈ ਜਾ ਰਹੀ ਹੈਗੀ। ਠੀਕ ਹੈ, ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜ਼ਿਆਦਾ ਦੇਰੀ ਨਾ ਕਰਦੇ ਹੋਏ ਸਭ ਤੋਂ ਪਹਿਲਾ ਕੁਐਸਚਨ ਲੈਂਦੇ ਆਪਾਂ। ਅਕੋਰਡਿੰਗ ਟੂ ਇੰਡੀਅਨ ਕੰਸਟੀਟਿਊਸ਼ਨ ਵਿਚ ਪੇਅਰ ਆਫ ਆਰਟੀਕਲ ਕੰਸਟੀਟਿਊਟਸ ਇਜ਼ ਨੋਟ ਕਰੈਕਟ। ਠੀਕ ਹੈ, ਆਰਟੀਕਲ ਦਿੱਤੇ ਹੋਏ ਨੇਗੇ, ਨਾਲ ਉਹਨਾਂ ਦੀ ਉਹਦੇ ਆਰਟੀਕਲ ਦੇ ਵਿੱਚ ਕੀ ਹੈਗਾ ਉਹ ਦਿੱਤਾ ਹੋਏਗਾ। ਆਪਾਂ ਨੇ ਦੱਸਣਾ ਇਹਨਾਂ ਚੋਂ ਕਿਹੜਾ ਇਨਕਰੈਕਟ ਹੈ, ਧਿਆਨ ਨਾਲ ਪੜ੍ਹਨਾ ਇਨਕਰੈਕਟ ਕਿਹੜਾ ਹੈਗਾ। ਸਭ ਤੋਂ ਪਹਿਲਾਂ ਕੀ ਹੈਗਾ 136 ਆਰਟੀਕਲ। 136 ਆਰਟੀਕਲ ਕਹਿੰਦਾ ਸਪੈਸ਼ਲ ਲੀਵ ਟੂ ਅਪੀਲ ਬਾਈ ਦਾ ਸੁਪਰੀਮ ਕੋਰਟ। ਸਪੈਸ਼ਲ ਲੀਵ ਪਟੀਸ਼ਨ ਜਿਹੜੀ ਕਿਹਦੇ ਆਰਟੀਕਲ ਅੰਡਰ ਆਉਂਦੀ ਹੈਗੀ, 136 ਆਰਟੀਕਲ ਅੰਡਰ ਆਉਂਦੀ ਹੈਗੀ, ਇਹ ਤੁਸੀਂ ਯਾਦ ਰੱਖਿਓ। ਨੈਕਸਟ ਆਪਸ਼ਨ ਕੀ ਹੈ 146 ਆਫਿਸਰਸ ਐਂਡ ਸਰਵੈਂਟਸ ਐਂਡ ਦਾ ਐਕਸਪੈਂਸਿਸ ਆਫ ਦਾ ਸੁਪਰੀਮ ਕੋਰਟ। ਜਿੰਨੇ ਵੀ ਉਹਨਾਂ ਦੇ ਆਫਿਸਰਸ ਨੇ ਜਾਂ ਸਰਵੈਂਟਸ ਜਿਹੜੇ ਸੁਪਰੀਮ ਕੋਰਟ 'ਚ ਕੰਮ ਕਰਦੇ ਨੇ ਤੇ ਐਕਸਪੈਂਸਿਸ ਨੇ ਜਿਹੜੇ ਉਹਨਾਂ ਐਕਸਪੈਂਸਿਸ ਹੋਣਗੇ ਉਹ ਸਾਰੇ ਕਿਹੜੇ ਆਰਟੀਕਲ 'ਚ ਮੈਂਸ਼ਨ ਨੇਗੇ, 146 ਆਰਟੀਕਲ 'ਚ ਮੈਂਸ਼ਨ ਹੈ। ਇਸ ਕਰਕੇ ਇਹ ਵੀ ਆਪਣਾ ਆਂਸਰ ਨਹੀਂ ਹੋਏਗਾ। ਤਾਂ 140 ਆਰਟੀਕਲ ਕਹਿੰਦਾ ਐਂਸੀਲਰੀ ਪਾਵਰਸ ਆਫ ਸੁਪਰੀਮ ਕੋਰਟ। ਐਂਸੀਲਰੀ ਪਾਵਰਸ ਮਤਲਬ ਮੰਨ ਲਓ ਕੋਈ ਪਾਵਰ ਸੁਪਰੀਮ ਕੋਰਟ ਕੋਲ ਨਹੀਂ ਹੈਗੀ, ਠੀਕ ਹੈ, ਤਾਂ ਪਾਰਲੀਮੈਂਟ ਲਵੇ ਅਥਾਰਟੀ ਹੈ ਕਿ ਉਹ ਉਹਨੂੰ ਕੋਈ ਐਡੀਸ਼ਨਲ ਪਾਵਰਸ ਦੇ ਸਕਦੀ ਹੈ, ਤਾਂ ਉਹ ਕਿਹੜੇ ਆਰਟੀਕਲ ਅੰਡਰ ਲਿਖਿਆ ਗਿਆ, ਕਿਉਂਕਿ ਪਾਰਲੀਮੈਂਟ ਪ੍ਰੋਵਾਈਡ ਕਰਾਏਗੀ ਐਡੀਸ਼ਨਲ ਪਾਵਰਸ, ਤਾਂ ਉਹ 140 ਆਰਟੀਕਲ ਅੰਡਰ ਲਿਖਿਆ ਹੋਏਗਾ। ਇਹ ਤੁਸੀਂ ਯਾਦ ਰੱਖਣਾ। ਹੁਣ 141 ਆਰਟੀਕਲ ਕਹਿੰਦਾ ਹੈਗਾ ਕੰਟੈਂਪਟ ਔਨ ਦਾ ਸੁਪਰੀਮ ਕੋਰਟ ਆਫ ਪਾਵਰਸ ਟੂ ਇਸ਼ੂ ਸਰਟੇਨ ਰਿਟਸ। ਆਪਾਂ ਨੂੰ ਪਤਾ ਹੈ ਕਿ ਰਿਟਸ ਨੇ ਜਿਹੜੀਆਂ ਉਹ 32 ਆਰਟੀਕਲ ਅੰਡਰ ਆਉਂਦੀਆਂ ਨੇਗੀਆਂ। ਠੀਕ ਹੈ, ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ 32 ਆਰਟੀਕਲ, 32 ਆਰਟੀਕਲ। ਇਹੀ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਤਾਂ 226 ਆਰਟੀਕਲ, 226। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਤੇ ਹੁਣ ਆਪਾਂ ਦੇਖੀਏ ਜੇ ਇਹ ਗਲਤ ਹੈ ਤਾਂ 141 ਆਰਟੀਕਲ 'ਚ ਹੈ ਕੀ। 141 ਆਰਟੀਕਲ ਕੀ ਕਹਿੰਦਾ ਹੈਗਾ, 141 ਆਰਟੀਕਲ ਕਹਿੰਦਾ ਹੈਗਾ ਕਿ ਜਿਹੜੇ ਵੀ ਲੋਅ ਨੇਗੇ ਸੁਪਰੀਮ ਕੋਰਟ ਬਣਾਉਂਦਾ ਹੈਗਾ, ਜਿਹੜੇ ਲੋਅ ਡਿਕਲੇਅਰ ਕਰਦਾ ਸੁਪਰੀਮ ਕੋਰਟ, ਉਹ ਕੀ ਹੋਣਗੇ, ਲੋਅਰ ਕੋਰਟਸ 'ਤੇ ਕੀ ਹੋਣਗੇ, ਬਾਈਂਡਿੰਗ ਹੋਣਗੇ। ਕੀ ਹੋਣਗੇ, ਬਾਈਂਡਿੰਗ ਹੋਣਗੇ, ਉਹਨਾਂ ਨੂੰ ਮੰਨਣੇ ਹੀ ਪੈਣਗੇ। ਇਹ ਕਿਹੜਾ ਆਰਟੀਕਲ ਕਹਿੰਦਾ ਹੈਗਾ, 141 ਆਰਟੀਕਲ ਕਹਿੰਦਾ ਹੈਗਾ। ਇਹਨੂੰ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ, ਹੂ ਹੋਲਡਸ ਦਾ ਪਰਸ ਹੋਲਡਸ ਦਾ ਪਾਵਰ ਹੂ ਮੰਗ ਦਾ ਫੋਲੋਇੰਗ ਕੋਟਰ ਦਿਸ ਲਾਈਨ। ਠੀਕ ਹੈ, ਇੱਕ ਲਾਈਨ ਹੈਗੀ ਹੂ ਹੋਲਡਸ ਦਾ ਪਰਸ ਹੋਲਡ ਦਾ ਪਾਵਰ, ਜਿਹੜਾ ਪਰਸ ਨੂੰ ਹੋਲਡ ਕਰਦਾ ਹੈਗਾ ਉਹੀ ਪਾਵਰ ਨੂੰ ਹੋਲਡ ਕਰਦਾ ਹੈਗਾ। ਕਿਹਨੇ ਕਿਹਾ, ਜੇਮਸ ਮੈਡੀਸਨ। ਫੈਕਚੁਅਲ ਕੁਐਸਚਨ ਹੈ, ਠੀਕ ਹੈ, ਯਾਦ ਰੱਖਣਾ। ਜੇਮਸ ਮੈਡੀਸਨ ਇਹ ਕੌਣ ਸੀਗੇ, 4th ਪ੍ਰੈਜ਼ੀਡੈਂਟ ਆਫ US, 4th ਪ੍ਰੈਜ਼ੀਡੈਂਟ ਆਫ US, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈਗਾ, ਵਿਜੇਦਾਨ ਦੱਤਾ ਇਜ਼ ਦਾ ਫੇਮਸ ਫੋਕਲੋਰਿਸਟ ਆਫ ਵਿਚ ਆਫ ਦਾ ਫੋਲੋਇੰਗ ਸਟੇਟਸ। ਠੀਕ ਹੈ, ਵਿਜੇਦਾਨ ਨੇਗੇ ਜਿਹੜੇ ਕਿੱਥੇ ਦੇ ਫੋਕਲੋਰਿਸਟ ਨੇਗੇ। ਠੀਕ ਹੈ, ਇਹ ਕਿੱਥੇ ਦੇ ਨੇ, ਰਾਜਸਥਾਨ ਦੇ। ਠੀਕ ਹੈ, ਰਾਜਸਥਾਨ ਦੇ ਹੈਗੇ ਨੇਗੇ। ਨਾਲ ਹੀ ਦੇਖੀਏ ਜੇ ਰਾਜਸਥਾਨ 'ਚ ਹੋਰ ਵੀ ਕਈ ਕੁਐਸਚਨ ਪੁੱਛੇ ਗਏ ਨੇ, ਜਿਵੇਂ ਰੀਸੈਂਟ ਪੇਪਰ 'ਚ ਪੁੱਛਿਆ ਗਿਆ ਸੀਗਾ ਕਿ ਕਿਹੜੀ ਵਰਲਡ ਹੈਲਥ ਜਿਹੜੀ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟਸ ਦੀ ਲਿਸਟ ਹੈ, ਉਹਦੇ ਵਿੱਚ ਸਿਟੀ ਪਾਈ ਗਈ ਸੀ, ਰੀਸੈਂਟ ਸਿਟੀ। ਠੀਕ ਹੈ, ਉਹ ਪਾਈ ਸੀਗੀ ਜੈਪੁਰ ਸਿਟੀ। ਜੈਪੁਰ ਸਿਟੀ ਪਾਈ ਗਈ ਸੀਗੀ। ਇਸ ਤੋਂ ਪਹਿਲਾਂ ਇੱਕ ਹੋਰ ਵੀ ਸਿਟੀ ਹੈ ਅਹਿਮਦਾਬਾਦ ਸਿਟੀ, ਬਟ ਜਿਹੜੀ ਰੀਸੈਂਟ ਜਿਹੜੀ ਪੇਪਰਾਂ 'ਚ ਪੁੱਛੀ ਜਾ ਰਹੀ ਹੈ ਕਿ ਰੀਸੈਂਟ ਕਿਹੜੀ ਪਾਈ ਗਈ ਹੈ, ਤਾਂ ਉਹ ਜੈਪੁਰ ਸਿਟੀ ਹੈਗੀ। ਠੀਕ ਹੈ, ਇਹ ਤਾਂ ਹੈਗੀ ਵਰਲਡ ਹੈਰੀਟੇਜ ਸਾਈਟਸ। ਇਸ ਤੋਂ ਇਲਾਵਾ ਨਾ ਯੂਨੈਸਕੋ ਨੇ ਸਿਟੀਜ਼ ਵੀ, ਮਤਲਬ ਉਹਨਾਂ ਦਾ ਇੱਕ ਸਿਟੀਜ਼ ਦੀ ਵੀ ਲਿਸਟ ਹੈਗੀ, ਉਹ ਤੋਂ ਅਲੱਗ 'ਚ ਪਾਉਂਦੇ ਨੇਗੇ। ਉਹ 'ਚ ਕਿਹੜੀਆਂ ਪਈਆਂ ਨੇਗੀਆਂ ਇੰਡੀਆ ਦੀਆਂ, ਓਰਚਾ ਐਂਡ ਗਵਾਲੀਅਰ। ਓਰਚਾ ਐਂਡ ਗਵਾਲੀਅਰ। ਜੇ ਤਾਂ ਸਿੱਧੇ ਇਕੱਲੀਆਂ ਸਿਟੀਜ਼ ਪੁੱਛੀ ਜਾਣ ਤਾਂ ਤੁਸੀਂ ਕਹਿਣਾ ਓਰਚਾ ਐਂਡ ਗਵਾਲੀਅਰ। ਜੇ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਵਰਲਡ ਹੈਰੀਟੇਜ ਸਾਈਟਸ ਦੇ ਵਿੱਚ ਕਿਹੜੀ ਸਿਟੀ ਪਈ ਹੈ, ਤਾਂ ਜੈਪੁਰ ਸਿਟੀ, ਤੇ ਇਸ ਤੋਂ ਪਹਿਲਾਂ ਇੱਕ ਹੋਰ ਸਿਟੀ ਸੀ ਅਹਿਮਦਾਬਾਦ ਸਿਟੀ, ਜਿਹੜੀ ਕਿ ਗੁਜਰਾਤ 'ਚ ਹੈ। ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਨਾਲੇ ਤੁਸੀਂ ਯਾਦ ਰੱਖਣਾ ਹੈ ਰੀਸੈਂਟ ਯੂਨੈਸਕੋ 'ਚ ਆਪਣੀਆਂ ਜਿਹੜੀਆਂ 2 ਸਾਈਟਸ ਐਡ ਹੋਈਆਂ ਨੇ, ਕਿਹੜੀਆਂ 39th ਤੇ 40। ਠੀਕ ਹੈ, ਜਿਹੜੀ ਜੈਪੁਰ ਸਿਟੀ ਸੀ ਉਹ 38th ਸੀ। ਠੀਕ ਹੈ, ਹੁਣ ਜਿਹੜੀ ਨਵੀਂ ਐਡ ਹੋਈ ਹੈ 39th, ਉਹ ਹੈਗੀ ਆ ਰਮੱਪਾ ਟੈਂਪਲ ਆਫ ਤੇਲੰਗਾਨਾ, ਰਮੱਪਾ ਟੈਂਪਲ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਤੇਲੰਗਾਨਾ 'ਚ ਇਹ। ਠੀਕ ਹੈ, ਨੈਕਸਟ ਹੋਈ ਜਿਹੜੀ 40 ਲਾਸਟ ਹੋਈ ਹੁਣ ਧੋਲਾਵੀਰਾ। ਕਿਹੜੀ ਹੋਈ, ਧੋਲਾਵੀਰਾ। ਇਹ ਵੀ ਤੁਸੀਂ ਯਾਦ ਰੱਖਣਾ ਹੈਗਾ, ਇਹ ਗੁਜਰਾਤ ਦੇ ਵਿੱਚ ਹੈਗੀ। ਉਹ ਕਿਹਦੇ ਵਿੱਚ ਸੀ, ਤੇਲੰਗਾਨਾ ਵਿੱਚ। ਦੋਨੋਂ ਪੇਪਰਾਂ 'ਚ ਪੱਕਾ ਪੁੱਛੀਆਂ ਜਾਣਗੀਆਂ, ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਕੀ ਹੈ, ਅਬਾਸ ਖਾਨ ਸਰਵਾਨੀ ਵਾਜ਼ ਅ ਹਿਸਟੋਰੀਅਨ ਆਫ। ਠੀਕ ਹੈ, ਕਿਹਦੇ ਕੋਰਟ ਦੇ ਵਿੱਚ ਹੁੰਦੇ ਸੀ ਅਬਾਸ ਖਾਨ, ਸ਼ੇਰਸ਼ਾਹ ਸੂਰੀ। ਠੀਕ ਹੈ, ਆਪਾਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਮੁਗਲ ਆਏ ਸੀਗੇ, ਜਦੋਂ ਸਭ ਤੋਂ ਪਹਿਲਾਂ ਕੌਣ ਆਇਆ ਸੀਗਾ, ਬਾਬਰ ਆਇਆ ਸੀਗਾ, ਜਿਹਨੇ 1526 ਦੇ ਵਿੱਚ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਹੋਈ ਸੀ, ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਹੋਈ ਸੀਗੀ, ਉਹਦੇ ਵਿੱਚ ਇਬਰਾਹਿਮ
ਲੋਧੀ ਨੂੰ ਹਰਾ ਕੇ ਕੀਤਾ ਸੀਗਾ, ਕਬਜ਼ਾ ਕੀਤਾ ਸੀ ਇੰਡੀਆ ਦੇ ਵਿੱਚ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਬਾਬਰ ਆਇਆ, ਉਸ ਤੋਂ ਬਾਅਦ ਹਮਾਯੂੰ ਆਇਆ। ਜਦੋਂ ਹੁਮਾਯੂੰ ਆਇਆ ਉਸ ਨੂੰ ਹਰਾ ਕੇ ਸ਼ੇਰ ਸ਼ਾਹ ਸੂਰੀ ਨੇ ਕੀਤਾ ਸੀਗਾ ਕਬਜ਼ਾ। ਠੀਕ ਹੈ, ਮੁਗਲਾਂ ਤੋਂ ਬਾਅਦ ਵਿਚਕਾਰ ਇੱਕ ਹੋਰ ਰਾਜਾ ਆਇਆ ਸ਼ੇਰ ਸ਼ਾਹ ਸੂਰੀ। ਠੀਕ ਹੈ, ਜਿਹਨੇ ਕਿ ਹੁਮਾਯੂੰ ਨੂੰ ਕਦੋਂ ਹਰਾਇਆ ਸੀ, ਕਿਹੜੀ ਬੈਟਲ ਸੀਗੀ, ਚੌਸਾ ਬੈਟਲ। ਚੌਸਾ ਬੈਟਲ ਦੇ ਵਿੱਚ ਜਿਹੜੀ ਕਿ 1539 ਦੇ ਵਿੱਚ ਹੋਈ ਸੀ, 1539 ਦੇ ਵਿੱਚ ਹੋਈ ਸੀਗੀ, ਉਦੋਂ ਹਰਾ ਕੇ ਕੀ ਕੀਤਾ ਸੀਗਾ, ਦਿੱਲੀ ਤੇ ਕਬਜ਼ਾ ਕੀਤਾ ਸੀਗਾ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਕੀ ਹੈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਕਰੈਕਟ ਰਿਗਾਰਡਿੰਗ ਵਨ ਨੇਸ਼ਨ ਵਨ ਓਵਰਸਮੈਨ ਅਪਰੋਚ। ਠੀਕ ਹੈ, ਸਭ ਤੋਂ ਪਹਿਲਾਂ ਓਵਰਸਮੈਨ ਕੀ ਹੁੰਦਾ ਹੈ, ਮਤਲਬ ਕਿ ਇੱਕ ਤਰ੍ਹਾਂ ਦਾ ਜਿਵੇਂ ਬੈਂਕਾਂ 'ਚ ਹੁੰਦੇ ਨੇ ਓਵਰਸਮੈਨ, ਮੀਨਸ ਧਿਆਨ ਰੱਖਣ ਵਾਸਤੇ, ਕੋਈ ਸ਼ਿਕਾਇਤ ਕਰਨ ਵਾਸਤੇ ਓਵਰਸਮੈਨ ਲਗਾਏ ਜਾਂਦੇ ਨੇ। ਗ੍ਰੇਵੀਅੰਸ ਮਤਲਬ ਕੋਈ ਸ਼ਿਕਾਇਤ ਆ ਤੁਹਾਨੂੰ, ਉੱਥੇ ਲਗਾਏ ਜਾਂਦੇ ਨੇ। ਤਾਂ ਆਪਾਂ ਪੜ੍ਹਦੇ ਹਾਂ, ਇਟ ਇਜ਼ ਅ ਕੰਜ਼ਿਊਮਰ ਗ੍ਰੇਵੀਅੰਸ ਰਿਡੈਸਲ ਸਕੀਮ। ਠੀਕ ਹੈ, ਬਿਲਕੁਲ, ਜੇ ਕੰਜ਼ਿਊਮਰਸ ਨੂੰ ਕੋਈ ਪਰੇਸ਼ਾਨੀ ਹੈ ਨਾ, ਜਾ ਕੇ ਆਪਾਂ ਓਵਰਸਮੈਨ ਲਵੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਾਂ। ਦਿਸ ਸਕੀਮ ਵਾਜ਼ ਅਨਾਊਂਸਡ ਬਾਈ ਦਾ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਸ ਐਂਡ ਕਸਟਮਸ। ਇਹ ਬਿਲਕੁਲ ਗਲਤ ਹੈ। ਕਿਉਂ? ਕਿਉਂਕਿ ਇਹ ਕਿਹਨੇ ਅਨਾਊਂਸ ਕੀਤੀ ਹੈ, RBI ਨੇ। ਯਾਦ ਰੱਖਿਓ, ਅਗਲੇ ਪੇਪਰਾਂ 'ਚ ਪੁੱਛੀ ਜਾ ਸਕਦੀ ਹੈ ਵੀ ਕਿਹਨੇ ਅਨਾਊਂਸ ਕੀਤੀ ਹੈ, ਕਿਹਨੇ ਕੀਤੀ ਹੈ, RBI ਨੇ ਕੀਤੀ ਹੈ। ਤਾਂ ਇਸ ਕਰਕੇ ਇਹਦਾ ਓਨਲੀ ਵਨ ਆਪਸ਼ਨ ਕੀ ਹੋ ਗਿਆ, ਸਹੀ ਹੋ ਗਿਆ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ, ਵਿਚ ਆਫ ਦੀਜ਼ ਇਜ਼ ਨੋਟ ਆ ਕੁਆਂਟੀਟੇਟਿਵ ਇੰਸਟਰੂਮੈਂਟ ਆਫ ਮੋਨੇਟਰੀ ਪੋਲਿਸੀ। ਠੀਕ ਹੈ, ਆਪਾਂ ਨੂੰ ਪਤਾ ਮੋਨੇਟਰੀ ਪੋਲਿਸੀ ਕਮੇਟੀ ਹੈਗੀ ਜਿਹੜੀ, ਠੀਕ ਹੈ, ਉਹ ਕੰਮ ਕਰਦੀ ਹੈਗੀ ਜਿਹੜੀ ਇਨਫਲੇਸ਼ਨ ਟਾਰਗੇਟ ਕਰਦੀ ਹੈ, ਜਾਂ ਆਪਣੇ ਬੈਂਕਾਂ ਨੂੰ ਪੈਸਾ ਵਗੈਰਾ ਸਾਰਾ ਕੁਝ ਕਿੰਨੇ ਰੇਟ ਤੇ ਦੇਣਾ ਹੈ। ਠੀਕ ਹੈ, ਕਿੰਨੇ ਰੇਟ ਤੇ ਬੈਂਕ ਜਮ੍ਹਾਂ ਕਰਾਉਂਦੇ ਨੇ RBI 'ਚ, ਉਹ ਸਾਰਾ ਕੌਣ ਡਿਸਾਈਡ ਕਰਦਾ, ਮੋਨੇਟਰੀ ਪੋਲਿਸੀ ਕਮੇਟੀ। ਠੀਕ ਹੈ, ਕਿੰਨੇ ਮੈਂਬਰ ਹੁੰਦੇ ਨੇਗੇ, ਪੁੱਛਿਆ ਗਿਆ ਸੀਗਾ ਪੇਪਰ 'ਚ, 6 ਮੈਂਬਰ ਹੁੰਦੇ ਨੇ। 3 ਹੁੰਦੇ ਨੇ RBI ਦੇ ਮੈਂਬਰ, 3 ਹੁੰਦੇ ਨੇ ਗਵਰਨਮੈਂਟ ਦੇ ਮੈਂਬਰ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਪਹਿਲਾਂ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜੇ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਇੰਸਟਰੂਮੈਂਟਸ ਹੁੰਦੇ ਨੇ ਉਹ 2 ਤਰ੍ਹਾਂ ਦੇ ਹੁੰਦੇ ਨੇਗੇ। ਠੀਕ ਹੈ, ਇੱਕ ਹੁੰਦੇ ਨੇ ਕੁਆਂਟੀਟੇਟਿਵ, ਇੱਕ ਹੁੰਦੇ ਨੇ ਕੁਆਲੀਟੇਟਿਵ। ਠੀਕ ਹੈ, ਜੇ ਇਹੀ ਗੱਲ ਕਰੀਏ ਆਪਾਂ ਕੁਆਂਟੀਟੇਟਿਵ ਦੀ, ਵੀ ਕਿੰਨਾ ਰੇਟ ਰਹੇਗਾ, ਮਤਲਬ ਕਿ ਉਹ ਪਰਸੈਂਟੇਜ ਦੀ ਫੋਰਮ 'ਚ ਦੱਸਦੇ ਨੇ ਵੀ ਇੰਨਾ ਰੇਟ ਰਹੇਗਾ। ਠੀਕ ਹੈ, ਜਾਂ ਇੰਨੇ ਤੇ ਤੁਸੀਂ ਦੇਣੇ ਨੇਗੇ, ਜਾਂ ਇੰਨੇ ਤੇ ਤੁਸੀਂ ਲੈਣੇ ਨੇਗੇ ਪੈਸੇ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਕੁਆਂਟੀਟੇਟਿਵ 'ਚ ਗੱਲ ਹੁੰਦੀਆਂ ਨੇ। ਕੁਆਲਿਟੀ ਮੀਨਸ ਤੁਸੀਂ ਕੁਆਲਿਟੀ ਮੇਨਟੇਨ ਕਰਕੇ ਰੱਖਣੀਆਂ, ਮੀਨਸ ਇੱਕ ਇਕੋਨਮੀ ਦੀ ਕੁਆਲਿਟੀ ਮੇਨਟੇਨ ਕਰਕੇ ਰੱਖਦੀਆਂ, ਮੋਰਲ ਵੈਲਿਊਜ਼ ਰੱਖਣੀਆਂ ਨੇਗੀਆਂ, ਉਹ ਸਾਰੀਆਂ ਆਉਂਦੀਆਂ ਨੇ ਕੁਆਲੀਟੇਟਿਵ 'ਚ। ਠੀਕ ਹੈ, ਤਾਂ ਹੁਣ ਇਹਨਾਂ ਨੇ ਪੁੱਛਿਆ ਗਿਆ ਸੀ ਕੁਆਂਟੀਟੇਟਿਵ ਕਿਹੜੀ ਨਹੀਂ ਹੈਗੀ, ਤਾਂ ਮੋਰਲ ਸੁਐਸ਼ਨ। ਠੀਕ ਹੈ, ਇਹ ਨਹੀਂ ਹੈਗੀ ਤੁਹਾਡੀ, ਇਹ ਹੈਗੀ ਹੈ ਕਿ ਕੁਆਲੀਟੇਟਿਵ ਇੰਸਟਰੂਮੈਂਟ ਹੈਗਾ ਇਹ। ਠੀਕ ਹੈ, ਹੁਣ ਆਪਾਂ ਦੇਖ ਲੈਣਾ ਕਿ ਓਪਨ ਮਾਰਕੀਟ ਓਪਰੇਸ਼ਨ ਕੀ ਹੁੰਦਾ ਹੈ। ਓਪਨ ਮਾਰਕੀਟ ਓਪਰੇਸ਼ਨ ਹੁੰਦਾ ਹੈ ਜਿਹੜੀਆਂ ਗਵਰਨਮੈਂਟ ਸਿਕਿਉਰਿਟੀਜ਼ ਹੁੰਦੀਆਂ ਨੇ, ਪੇਪਰ 'ਚ ਪੁੱਛਿਆ ਜਾਂਦਾ ਇਹ, ਤੁਸੀਂ ਧਿਆਨ 'ਚ ਰੱਖਣਾ। ਠੀਕ ਹੈ, ਜਿਹੜੀਆਂ ਗਵਰਨਮੈਂਟ ਸਿਕਿਉਰਿਟੀਜ਼ ਹੁੰਦੀਆਂ ਨੇ ਉਹਨਾਂ ਦੀ ਖਰੀਦ ਵੇਚ ਨੂੰ ਕੀ ਕਹਿੰਦੇ ਨੇ, ਓਪਨ ਮਾਰਕੀਟ ਓਪਰੇਸ਼ਨਸ ਕਹਿੰਦੇ ਨੇਗੇ। ਠੀਕ ਹੈ, ਤੇ ਕੈਸ਼ ਰਿਜ਼ਰਵ ਰੇਸ਼ੋ ਆਪਾਂ ਨੇ ਪਹਿਲਾਂ ਦੇਖਿਆ ਸੀਗਾ ਕਿ ਇਹਦਾ ਕੁਐਸਚਨ ਆਇਆ ਸੀਗਾ ਵੀ CRR ਦੀ ਫੁੱਲ ਫਾਰਮ ਕੀ ਹੈ। ਕੈਸ਼ ਰਿਜ਼ਰਵ ਰੇਸ਼ੋ ਹੁੰਦੀ ਹੈਗੀ CRR, ਜਿਹਦੀ ਕੀ ਹੁੰਦਾ ਹੈਗਾ ਵੀ ਜਿਹੜੇ ਆਪਣੇ ਬੈਂਕ ਨੇਗੇ ਉਹ RBI ਕੋਲ ਕੁਛ ਆਪਣੀ ਅਮਾਊਂਟ ਹੈ ਜਿਹੜੀ ਨੈਟ ਡਿਮਾਂਡ ਐਂਡ ਲਾਇਬਿਲਿਟੀਜ਼ ਦੀ, ਉਹ ਰੱਖਦੀਆਂ ਨੇਗੀਆਂ। ਠੀਕ ਹੈ, ਜਿਹਦੇ ਨਾਲ ਕੀ ਹੁੰਦਾ ਹੈਗਾ, ਉਹਨਾਂ ਦਾ ਜਿਹੜਾ ਰਿਸਕ ਥੋੜ੍ਹਾ ਜਿਹਾ ਘੱਟ ਜਾਂਦਾ ਹੈਗਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਇਹ ਹੈਗਾ ਕੈਸ਼ ਰਿਜ਼ਰਵ ਰੇਸ਼ੋ। ਇੱਕ ਹੁੰਦੀ ਹੈ ਲਿਕੁਇਡਿਟੀ ਐਡਜਸਟਮੈਂਟ ਫੈਸਿਲਿਟੀ। ਠੀਕ ਹੈ, ਇਹ ਵੀ ਇੱਕ ਕੀ ਹੈਗਾ, ਇੰਸਟਰੂਮੈਂਟ ਹੈਗਾ ਅੰਡਰ ਮੋਨੇਟਰੀ ਪੋਲਿਸੀ। ਠੀਕ ਹੈ, ਜਿਹੜੀ ਕਿ ਹਰ 2 ਮੰਥ ਬਾਅਦ ਅਨਾਊਂਸ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਕੀ ਹੈ, ਵਿਚ ਫੈਸਟੀਵਲ ਇਜ਼ ਆਲਸੋ ਨੋਨ ਐਜ਼ ਈਰੂ ਥਜ਼ਰੂ ਵੁਥਾਈ। ਠੀਕ ਹੈ, ਇੱਕ ਫੈਸਟੀਵਲ ਹੈ, ਕਿਹਨੂੰ ਕਿਹਾ ਜਾਂਦਾ ਹੈਗਾ, ਤੁਸੀਂ ਯਾਦ ਰੱਖਣਾ, ਜੱਲੀਕੱਟੂ। ਠੀਕ ਹੈ, ਇਹਦੇ ਵਿੱਚ ਰੇਸ ਲਗਵਾਈ ਜਾਂਦੀ ਹੈ ਬੁੱਲ ਕਾਰਟਸ ਦੀ। ਠੀਕ ਹੈ, ਸੋਰੀ, ਉਹਦੀ ਜਿਹੜੇ ਬਲਦ ਵਗੈਰਾ ਹੁੰਦੇ ਨੇਗੇ, ਝੋਟੇ ਵਗੈਰਾ ਹੁੰਦੇ ਨੇ, ਉਹਨਾਂ ਦੀ ਰੇਸ ਲਗਾਈ ਜਾਂਦੀ ਹੈਗੀ ਜੱਲੀਕੱਟੂ ਵਿੱਚ। ਕਿੱਥੇ ਲਗਾਈ ਜਾਂਦੀ ਹੈ ਇਹ, ਤਾਮਿਲਨਾਡੂ ਦੇ ਵਿੱਚ। ਠੀਕ ਹੈ, ਜਿਹੜਾ ਪੋਂਗਲ ਦਾ ਫੈਸਟੀਵਲ ਹੁੰਦਾ ਨਾ, ਪੋਂਗਲ ਦਾ ਫੈਸਟੀਵਲ ਆਹ ਵਾਲਾ, ਪੋਂਗਲ ਦੇ ਫੈਸਟੀਵਲ ਦੇ ਵਿੱਚ ਹੀ ਇੱਕ ਪਾਰਟ ਹੈਗਾ, ਬਟ ਇਹ ਫੈਸਟੀਵਲ ਜੱਲੀਕੱਟੂ ਨੂੰ ਕੀ ਕਿਹਾ ਜਾਂਦਾ ਹੈਗਾ, ਈਰੂ ਥਜ਼ੂ ਵੁਥਾਲ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ, ਨੈਕਸਟ ਕੁਐਸਚਨ ਕੀ ਆ ਗਿਆ, ਕਹਿੰਦਾ ਵਿਚ ਇੰਡੀਅਨ ਮੋਨੂਮੈਂਟ ਇਜ਼ ਆਲਸੋ ਨੋਨ ਐਜ਼ ਬਹਾਈ ਟੈਂਪਲ। ਬਹਾਈ ਟੈਂਪਲ ਕਿਹੜੇ ਟੈਂਪਲ ਨੂੰ ਕਿਹਾ ਜਾਂਦਾ ਹੈਗਾ, ਇਹ ਤੁਸੀਂ ਯਾਦ ਰੱਖਣਾ, ਲੋਟਸ ਟੈਂਪਲ। ਠੀਕ ਹੈ, ਲੋਟਸ ਇੱਕ ਫੁੱਲ ਦੀ ਤਰ੍ਹਾਂ ਬਣਿਆ ਹੋਇਆ ਹੈਗਾ ਇਹ ਟੈਂਪਲ। ਕਿੱਥੇ ਬਣਿਆ ਹੋਇਆ ਹੈਗਾ, ਦਿੱਲੀ ਦੇ ਵਿੱਚ। ਠੀਕ ਹੈ, ਦਿੱਲੀ ਦੇ ਵਿੱਚ ਬਣਿਆ ਹੋਇਆ ਹੈਗਾ, ਤੁਸੀਂ ਯਾਦ ਰੱਖਣਾ ਹੈਗਾ। ਨਾਲੇ ਤੁਸੀਂ ਯਾਦ ਰੱਖਣਾ ਹੈਗਾ ਕਿ ਮੀਨਾਕਸ਼ੀ ਟੈਂਪਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੇਪਰਾਂ 'ਚ ਹਰ ਵਾਰ ਪੁੱਛਿਆ ਜਾਂਦਾ ਹੈ। ਕਿੱਥੇ ਹੈਗਾ, ਮਦੁਰਈ ਤਾਮਿਲਨਾਡੂ ਦੇ ਵਿੱਚ। ਯਾਦ ਰੱਖਿਓ, ਮਦੁਰਈ ਤਾਮਿਲਨਾਡੂ ਦੇ ਵਿੱਚ ਕਿਹੜਾ ਹੈਗਾ, ਮੀਨਾਕਸ਼ੀ ਅੰਮਾ ਟੈਂਪਲ। ਠੀਕ ਹੈ, ਤੇ ਇਹੀ ਬ੍ਰਿਹਦੇਸ਼ਵਰਾ ਟੈਂਪਲ ਹੈ। ਜ਼ਿਆਦਾਤਰ ਟੈਂਪਲ ਤੁਹਾਨੂੰ ਪਤਾ ਸਾਊਥ 'ਚ ਮਿਲਦੇ ਨੇਗੇ। ਠੀਕ ਹੈ, ਤਾਂ ਇਹ ਵੀ ਕਿੱਥੇ ਹੈ, ਤਾਮਿਲਨਾਡੂ ਦੇ ਵਿੱਚ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਹੀ ਕੋਨਾਰਕ ਸਨ ਟੈਂਪਲ ਦੀ ਗੱਲ ਕਰੀਏ, ਜਿਹਨੂੰ ਬਲੈਕ ਪਗੋੜਾ ਵੀ ਕਿਹਾ ਜਾਂਦਾ, ਕੁਐਸਚਨ ਪੁੱਛਿਆ ਜਾਂਦਾ, ਸਿੱਧਾ ਨੋਟ ਕਰ ਲਿਓ ਕਿ ਬਲੈਕ ਪਗੋੜਾ ਟੈਂਪਲ ਕਿਹਨੂੰ ਕਿਹਾ ਜਾਂਦਾ, ਤਾਂ ਕਿਹਨੂੰ ਕਿਹਾ ਜਾਂਦਾ, ਕੋਨਾਰਕ ਸਨ ਟੈਂਪਲ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਤੇ ਤੁਸੀਂ ਮੈਨੂੰ ਦੱਸਣਾ ਵੀ ਕੋਨਾਰਕ ਸਨ ਟੈਂਪਲ ਦੀ ਕਿਹੜੇ ਨੋਟ ਤੇ ਫੋਟੋ ਛਪੀ ਹੋਈ ਹੈ। ਠੀਕ ਹੈ, ਜਿਹੜੇ ਨਵੇਂ ਨੋਟ RBI ਨੇ ਲਾਂਚ ਕੀਤੇ ਨੇਗੇ, ਤਾਂ ਉਹਦੇ ਵਿੱਚੋਂ
ਇੱਕ ਜਿਹੜਾ ਨੋਟ ਹੈ ਉਹਦੇ ਉੱਤੇ ਕੋਨਾਰਕ ਸਨ ਟੈਂਪਲ ਦੀ ਫੋਟੋ ਹੈਗੀ, ਤੁਸੀਂ ਦੱਸਣਾ ਮੈਨੂੰ ਕਿਹੜੇ ਨੋਟ 'ਤੇ ਹੈਗੇ, ਠੀਕ ਹੈ। ਅਤੇ ਨਾਲੇ ਤੁਸੀਂ ਯਾਦ ਰੱਖਿਓ, ਠੀਕ ਹੈ, ਵੀ ਇੱਕ ਚੀਜ਼ ਤੁਸੀਂ ਹੋਰ ਯਾਦ ਰੱਖਣੀ, ਜਿਹੜਾ ਕੋਨਾਰਕ ਸਨ ਟੈਂਪਲ ਹੈ ਕਿੱਥੇ ਹੈ ਉੜੀਸਾ ਦੇ ਵਿੱਚ, ਉੜੀਸਾ ਦੇ ਵਿੱਚ ਹੈਗਾ ਇਹ, ਤੁਸੀਂ ਇਹ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈਗਾ, ਕਿਲਾ ਮੁਬਾਰਕ ਇਜ਼ ਅ ਮੋਨੂਮੈਂਟ ਆਫ ਗ੍ਰੇਟ ਹਿਸਟੋਰੀਕਲ ਇੰਪੋਰਟੈਂਸ ਐਂਡ ਇਜ਼ ਸਿਚੁਏਟਡ ਇਨ ਦਾ ਸਿਟੀ ਆਫ ਡੈਸ਼ ਇਨ ਪੰਜਾਬ। ਪੰਜਾਬ ਦੇ ਵਿੱਚ ਕਿਲਾ ਮੁਬਾਰਕ ਜਿਹੜਾ ਮੋਨੂਮੈਂਟ ਆ ਉਹ ਕਿੱਥੇ ਹੈ, ਠੀਕ ਹੈ, ਯਾਦ ਰੱਖਿਓ ਬਠਿੰਡਾ, ਠੀਕ ਹੈ। ਇੱਕ ਕਿਲਾ ਮੁਬਾਰਕ ਫੋਰਟ ਆਪਣੇ ਪਟਿਆਲਾ ਦੇ ਵਿੱਚ ਵੀ ਹੈ, ਬਟ ਉਹ ਅਲੱਗ ਹੈ। ਕਿਲਾ ਮੁਬਾਰਕ ਜਿਹੜਾ ਬਹੁਤ ਜ਼ਿਆਦਾ ਫੇਮਸ ਹੈ, ਜਿੱਥੇ ਰਜ਼ੀਆ ਸੁਲਤਾਨਾ ਜਿਹੜੇ ਕਿ ਫਸਟ ਆਪਣੇ ਮੁਸਲਿਮ ਜਿਹੜੇ ਉਹ ਸੀਗੇ, ਫਸਟ ਇੱਕ ਤਰ੍ਹਾਂ ਦੇ ਕੁਈਨ ਸੀਗੇ, ਉਹ ਰਜ਼ੀਆ ਸੁਲਤਾਨਾ ਨੂੰ ਉੱਥੇ ਬੰਦੀ ਬਣਾ ਕੇ ਰੱਖਿਆ ਗਿਆ ਸੀਗਾ, ਕਿੱਥੇ, ਕਿਲਾ ਮੁਬਾਰਕ ਫੋਰਟ ਦੇ ਵਿੱਚ, ਅਤੇ ਉਹ ਕਿੱਥੇ ਹੈ, ਬਠਿੰਡੇ ਦੇ ਵਿੱਚ ਹੈ, ਇਹ ਤੁਸੀਂ ਯਾਦ ਰੱਖੋ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ, ਦ ਲਾਰਜੈਸਟ ਐਲੂਮੀਨੀਅਮ ਪਲਾਂਟ ਇਨ ਇੰਡੀਆ ਇਜ਼ ਲੋਕੇਟਡ ਐਟ ਡੈਸ਼ ਇਨ ਉੜੀਸਾ, ਠੀਕ ਹੈ। ਜਿਹੜਾ ਐਲੂਮੀਨੀਅਮ ਪਲਾਂਟ ਹੈਗਾ ਉਹ ਕਿੱਥੇ ਸਥਿਤ ਹੈ, ਠੀਕ ਹੈ, ਕਿੱਥੇ, ਕੋਰਾਪੁਟ ਦੇ ਵਿੱਚ, ਠੀਕ ਹੈ। ਲਾਰਜੈਸਟ ਪਲਾਂਟ ਕਿੱਥੇ ਹੈ, ਕੋਰਾਪੁਟ ਦੇ ਵਿੱਚ ਹੈ, ਜਿਹੜਾ ਕਿ ਉੜੀਸਾ ਦੇ ਵਿੱਚ ਹੈ। ਫੈਕਚੁਅਲ ਕੁਐਸਚਨ ਹੈ, ਇਹਨੂੰ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ, ਦ ਨੌਜਵਾਨ ਭਾਰਤ ਸਭਾ ਵਾਜ਼ ਫਾਊਂਡ ਬਾਏ ਸ਼੍ਰੀ ਭਗਤ ਸਿੰਘ ਇਨ ਦਾ ਈਅਰ। ਸਰਦਾਰ ਭਗਤ ਸਿੰਘ ਦੁਆਰਾ ਜਿਹੜੀ ਨੌਜਵਾਨ ਸਭਾ ਬਣਾਈ ਗਈ ਸੀਗੀ ਉਹ ਕਦੋਂ ਬਣਾਈ ਗਈ ਸੀਗੀ, 1926 ਦੇ ਵਿੱਚ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਨਾਲੇ ਯਾਦ ਰੱਖਣਾ ਜਿਹੜੀ ਕਿ ਆਟੋਬਾਇਓਗ੍ਰਾਫੀ ਹੈਗੀ, ਵਾਈ ਆਈ ਐਮ ਅਥਿਸਟ, ਠੀਕ ਹੈ, ਵਾਈ ਐਮ ਅਥਿਸਟ ਇੱਕ ਆਟੋਬਾਇਓਗ੍ਰਾਫੀ ਹੈ ਭਗਤ ਸਿੰਘ ਜੀ ਦੀ, ਉਹ ਵੀ ਬਾਰ-ਬਾਰ ਪੇਪਰਾਂ ਦੇ ਵਿੱਚ ਪੁੱਛੀ ਜਾ ਰਹੀ ਹੈ, ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ, ਇਹਨੂੰ ਨੋਟ ਕਰ ਲਿਓ, ਠੀਕ ਹੈ। ਨੈਕਸਟ ਕੁਐਸਚਨ ਕੀ ਹੈਗਾ, ਹਾਊ ਮੈਨੀ ਮੈਂਬਰਸ ਵਰ ਇਨਵੋਲਵਡ ਇਨ ਦਾ ਡਰਾਫਟਿੰਗ ਕਮੇਟੀ ਆਫ ਦਾ ਕੰਸਟੀਟਿਊਸ਼ਨ ਆਫ ਇੰਡੀਆ। ਡਰਾਫਟਿੰਗ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਸੀਗੇ, ਕਿੰਨੇ ਸੀਗੇ, 7 ਸੀਗੇ। ਚੇਅਰਮੈਨ ਕੌਣ ਸੀਗੇ, ਡਾਕਟਰ ਬੀ ਆਰ ਅੰਬੇਦਕਰ। ਡਾਕਟਰ ਬੀ ਆਰ ਅੰਬੇਦਕਰ ਕੀ ਸੀਗੇ, ਕਮੇਟੀ ਦੇ ਕੀ ਸੀਗੇ, ਚੇਅਰਮੈਨ ਸੀਗੇ। 7 ਕਮੇਟੀ ਸੀਗੀ ਜਿਹੜੀ ਕਿ ਕੰਸਟੀਟਿਊਸ਼ਨ ਡਰਾਫਟ ਕਰਨ ਵਾਸਤੇ ਬਣਾਈ ਗਈ ਸੀਗੀ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ, ਪੰਜਾਬ ਹੈਜ਼ ਆ ਟੋਟਲ ਕਲਟੀਵੇਬਲ ਏਰੀਆ ਆਫ 4.2 ਮਿਲੀਅਨ ਹੈਕਟੇਅਰ ਵਿਚ ਨੀਅਰਲੀ ਕੰਸਟੀਟਿਊਟਸ ਡੈਸ਼ ਆਫ ਦਾ ਨੈਟ ਏਰੀਆ ਸੋਨ ਇਨ ਇੰਡੀਆ। ਆਪਾਂ ਨੇ ਦੱਸਣਾ ਹੈ ਵੀ ਕਿੰਨੇ ਪਰਸੈਂਟ ਹੈ ਜਿਹੜਾ ਨੈਟ ਸੋਨ ਏਰੀਆ ਆਪਣੇ ਕਲਟੀਵੇਬਲ ਹੈ, ਠੀਕ ਹੈ। ਕਿੰਨਾ ਹੈਗਾ, ਫੈਕਚੁਅਲ ਕੁਐਸਚਨ 3%, ਯਾਦ ਰੱਖਿਓ 3% ਜਿਹੜਾ ਕਲਟੀਵੇਬਲ ਹੈਗਾ ਨੈਟ ਸੋਨ ਏਰੀਆ ਦੇ ਵਿੱਚੋਂ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ, ਦ ਡੀਸੈਂਟ ਆਫ ਮੈਨ ਐਂਡ ਸਿਲੈਕਸ਼ਨ ਇਨ ਰਿਲੇਸ਼ਨ ਟੂ ਸੈਕਸ ਇਜ਼ ਆ ਬੁੱਕ ਰਿਟਨ ਬਾਏ, ਠੀਕ ਹੈ। ਇੱਕ ਬੁੱਕ ਹੈ ਡੀਸੈਂਟ ਆਫ ਮੈਨ ਐਂਡ ਸਿਲੈਕਸ਼ਨ ਇਨ ਰਿਲੇਸ਼ਨ ਟੂ ਸੈਕਸ, ਕਿਹਨੇ ਲਿਖੀ ਹੈ, ਚਾਰਲਸ ਡਾਰਵਿਨ ਨੇ। ਚਾਰਲਸ ਡਾਰਵਿਨ ਨੇ ਕਿਹੜੀ ਬੁੱਕ ਲਿਖੀ ਹੈ, ਦ ਡਿਸੈਂਟ ਆਫ ਮੈਨ ਐਂਡ ਸਿਲੈਕਸ਼ਨ ਇਨ ਰਿਲੇਸ਼ਨ ਟੂ ਸੈਕਸ, ਠੀਕ ਹੈ, ਇਹ ਤੁਸੀਂ ਯਾਦ ਰੱਖਣੀ ਹੈ ਬੁੱਕ ਦਾ ਨਾਮ। ਨੈਕਸਟ ਕੁਐਸਚਨ ਕੀ ਹੈ, ਦ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ ਇਜ਼ ਅਬਜ਼ਰਵਡ ਔਨ, ਠੀਕ ਹੈ। ਜਿਹੜਾ ਡੇ ਮਨਾਇਆ ਜਾਂਦਾ ਹੈ, ਡੇਜ਼ ਤੋਂ ਹਰ ਇੱਕ ਵਾਰ ਕੋਈ ਨਾ ਕੋਈ ਕੁਐਸਚਨ ਪੁੱਛਿਆ ਜਾ ਰਹੇਗਾ। ਇਸ 'ਤੇ ਆਪਾਂ ਅਲੱਗ ਤੋਂ ਪੂਰੇ ਸਾਲ 'ਚ ਕਿੰਨੇ ਵੀ ਇੰਪੋਰਟੈਂਟ ਡੇਜ਼ ਨੇ ਆਪਾਂ ਵੀਡੀਓਜ਼ ਲੈ ਕੇ ਆਵਾਂਗੇ, ਠੀਕ ਹੈ। ਤੁਸੀਂ ਧਿਆਨ ਰੱਖਿਓ ਵੀ ਆਪਾਂ ਇੱਕ ਵੀਡੀਓ ਪ੍ਰੋਪਰ ਲੈ ਕੇ ਆਵਾਂਗੇ ਜਿਹਦੇ ਵਿੱਚ ਇੱਕ ਸਾਲ ਦੇ ਪੂਰੇ ਜਿਹੜੇ ਇੰਪੋਰਟੈਂਟ ਡੇਜ਼ ਪੁੱਛੇ ਜਾ ਰਹੇ ਨੇ ਜਾਂ ਪੁੱਛੇ ਜਾ ਸਕਦੇ ਨੇ ਸਾਰੇ ਕਵਰ ਕਰਾਂਗੇ, ਠੀਕ ਹੈ। ਤਾਂ ਇਹ ਯਾਦ ਰੱਖਿਓ ਤੁਸੀਂ, ਜਿਹੜਾ ਡਰੱਗ ਅਬਿਊਜ਼ ਵਾਲਾ ਕਿਹੜਾ ਹੈਗਾ, 26 ਜੂਨ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ, ਐਨ ਅਲਟਰੇਸ਼ਨ ਇਨ ਦਾ ਨਿਊਕਲੀਓਟਾਈਡ ਸੀਕੁਐਂਸ ਆਫ ਦਾ ਜੀਨੋਮ ਆਫ ਐਨ ਆਰਗੇਨਿਜ਼ਮ, ਵਾਇਰਸ ਔਰ ਐਕਸਟਰਾ ਕ੍ਰੋਮੋਜ਼ੋਮਲ DNA ਇਜ਼ ਕਾਲਡ। ਜਿਹੜਾ ਆਪਾਂ ਜੀਨੋਮ ਸੀਕੁਐਂਸਿੰਗ ਕਰ ਦਿਆਂਗੇ ਉਹਦੇ ਵਿੱਚ ਜਦੋਂ ਨਿਊਕਲੀਓਟਾਈਡ ਦੇ ਸੀਕੁਐਂਸ ਦੀ ਥੋੜ੍ਹੀ ਅਦਲਾ ਬਦਲੀ ਅਲਟਰੇਸ਼ਨ ਕਰ ਦਿਆਂਗੇ ਤਾਂ ਉਹਨੂੰ ਕੀ ਕਹਿੰਦੇ ਨੇ, ਮਿਊਟੇਸ਼ਨ। ਮਿਊਟੇਸ਼ਨ ਨਾਮ ਦਿੱਤਾ ਜਾਂਦਾ ਹੈ। ਸਿੱਧਾ ਕੁਐਸਚਨ ਪੁੱਛਦਾ ਹੈ, ਬਾਇਓਲੋਜੀ ਦਾ ਕੁਐਸਚਨ ਹੈਗਾ, ਠੀਕ ਹੈ। ਇੱਕ ਹੋਰ ਇਨਫੋਰਮੇਸ਼ਨ ਦੇ ਦਾਂ, ਸਾਇੰਸ ਮੈਰਾਥਨ ਸਾਨੇ 2 ਵੀਡੀਓ ਦੇ ਵਿੱਚ ਸਾਇੰਸ ਨੂੰ ਪੂਰੀ ਨੂੰ ਕਵਰ ਕੀਤਾ ਗਿਆ ਹੈਗਾ, ਜਿੰਨੇ ਵੀ ਕੁਐਸਚਨ ਆ ਰਹੇ ਨੇ ਜਾਂ ਆ ਸਕਦੇ ਨੇਗੇ, ਠੀਕ ਹੈ। ਉਹਦੇ ਵਿੱਚ ਵੀ ਜੀਨੋਮ ਸੀਕੁਐਂਸਿੰਗ ਦੀ ਗੱਲ ਕੀਤੀ ਗਈ ਹੈ, DNA ਦੀ ਗੱਲ ਕੀਤੀ ਗਈ ਹੈ। ਤੁਸੀਂ ਉਹ ਦੋਨੋਂ ਵੀਡੀਓਜ਼ ਜਾ ਕੇ ਦੇਖ ਲਿਓ, ਤੁਹਾਡੀ ਸਾਇੰਸ ਲਗਭਗ ਕਵਰ ਹੋ ਜਾਏਗੀ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਆ ਰੀਜ਼ਨ ਫॉर ਦਾ ਰਿਵੀਜ਼ਨ ਆਫ ਦਾ ਇੰਡਸਟਰੀਅਲ ਪੋਲਿਸੀ ਆਫ 1956। ਆਪਾਂ ਨੂੰ ਪਤਾ ਜਿਹੜੀ ਇੰਡਸਟਰੀ ਪੋਲਿਸੀ ਜਿਹੜੀ ਫਸਟ ਆਈ ਸੀ ਉਹ ਆਈ ਸੀ ਆਪਣੀ 1948 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਇੰਡਸਟਰੀਅਲ ਪੋਲਿਸੀ ਆਈ ਉਹ 1956 ਦੇ ਵਿੱਚ ਆ ਗਈ, ਠੀਕ ਹੈ। ਉਹਦੇ ਵਿੱਚ ਕਹਿੰਦੇ ਵੀ ਕਿਹੜਾ ਰੀਜ਼ਨ ਨਹੀਂ ਸੀਗਾ, ਉਹ ਕਹਿੰਦੇ ਟੂ ਰਿਡਿਊਸ ਦਾ ਸਕੋਪ ਫॉर ਦਾ ਐਕਸਪੈਂਸ਼ਨ ਆਫ ਦਾ ਪ੍ਰਾਈਵੇਟ ਸੈਕਟਰ ਸਿਗਨੀਫਿਕੈਂਟਲੀ, ਠੀਕ ਹੈ। ਜਿੱਥੇ ਇਹ ਜੇ ਐਕਸਟ੍ਰੀਮ ਵਰਡ ਆਏ ਨਾ ਸਿਗਨੀਫਿਕੈਂਟਲੀ ਵਗੈਰਾ ਵੈਸੇ ਹੀ ਗਲਤ ਹੁੰਦੇ ਨੇ ਉਹ ਆਪਸ਼ਨ, ਠੀਕ ਹੈ। ਬਾਕੀ ਇਹ ਵੀ ਹੈ ਕਿ ਪ੍ਰਾਈਵੇਟ ਉਦੋਂ ਕੀ ਕਰਨਗੇ, ਥੋੜਾ ਪ੍ਰਾਈਵੇਟਾਈਜੇਸ਼ਨ ਕਰਨ ਲੱਗੇ ਸੀ, ਪ੍ਰਾਈਵੇਟ ਨੂੰ ਥੋੜ੍ਹਾ ਜਿਹਾ ਹਿੱਸਾ ਦੇਣ ਲੱਗੇ ਸੀ। ਪਹਿਲਾਂ ਕੀ ਕਰਦੀ ਸੀ ਸਰਕਾਰ ਕਿ ਜ਼ਿਆਦਾ ਜਿਹੜੇ ਇੰਡਸਟਰੀਜ਼ ਹੁੰਦੀਆਂ ਸੀ ਆਪਣੇ ਕੋਲ ਰੱਖ ਲੈਂਦੀ ਸੀ ਵੀ ਅਸੀਂ ਹੀ ਬਣਾਵਾਂਗੇ ਉਹਨੂੰ, ਪ੍ਰਾਈਵੇਟ ਨੂੰ ਨਹੀਂ ਦਿੰਦੇ ਸੀ। ਬਟ ਹੌਲੀ ਕੀ ਹੋਇਆ, ਹੌਲੀ ਜਿਹੜੇ ਪ੍ਰਾਈਵੇਟ ਪਾਰਟਨਰਸ਼ਿਪਸ ਨਾਲ ਵੀ ਉਹਨਾਂ ਨੂੰ ਕੰਮ ਦੇਣ ਲੱਗ ਗਏ ਵੀ ਪ੍ਰਾਈਵੇਟ ਵੀ ਇਹਨਾਂ ਵਿੱਚ ਆ ਸਕਦੇ ਨੇ, ਠੀਕ ਹੈ। ਤਾਂ ਇਹ ਗਲਤ ਹੋ ਗਿਆ, ਠੀਕ ਹੈ।
ਨਾਲ ਆਪਾਂ ਸਹੀ ਆਪਸ਼ਨਸ ਪੜ੍ਹ ਲੈਂਦੇ ਹਾਂ। ਡਿਕਲੇਰੇਸ਼ਨ ਬਾਈ ਦਾ ਪਾਰਲੀਮੈਂਟ ਦੈਟ ਇੰਡੀਆ ਵਾਜ਼ ਗੋਇੰਗ ਟੂ ਹੈਵ ਅ ਸੋਸ਼ਲਿਸਟ ਪੈਟਰਨ ਆਫ ਸੁਸਾਇਟੀ। ਸੋਸ਼ਲਿਸਟ ਪੈਟਰਨ ਆਪਾਂ ਲੈ ਕੇ ਚੱਲਾਂਗੇ, ਠੀਕ ਹੈ, ਵੀ ਜਿਹੜੀ ਆਪਾਂ ਗਵਰਨਮੈਂਟ ਹੈਗੀ ਉਹ ਇੰਟਰਫੇਅਰ ਕਰੇਗੀ ਹਰ ਇੱਕ ਇੰਡਸਟਰੀ ਦੇ ਵਿੱਚ, ਇਹ ਤੁਸੀਂ ਯਾਦ ਰੱਖਣਾ। ਅਡੋਪਸ਼ਨ ਆਫ ਪਲੈਨਡ ਇਕੋਨਮੀ ਸੀ ਆਪਣੀ, ਹੈ ਨਾ, ਪਲੈਨਿੰਗ ਕਮਿਸ਼ਨ ਬਣਦਾ ਸੀਗਾ ਹਰ 5 ਸਾਲ ਬਾਅਦ, ਇਹ ਤੁਸੀਂ ਯਾਦ ਰੱਖਿਓ। ਇੰਟਰੋਡਕਸ਼ਨ ਆਫ ਦਾ ਕੰਸਟੀਟਿਊਸ਼ਨ ਆਫ ਇੰਡੀਆ, ਠੀਕ ਹੈ, ਕੰਸਟੀਟਿਊਸ਼ਨ ਇੰਟਰੋਡਿਊਸ ਤਾਂ ਪਤਾ ਹੀ ਆਪਾਂ ਨੂੰ, ਹੈ ਨਾ, ਕੀਤਾ ਗਿਆ ਸੀਗਾ, ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੀ ਹੈ, ਦ ਵਰਲਡ ਹੈਰੀਟੇਜ ਸਾਈਟਸ ਆਫ ਅਜੰਤਾ ਐਂਡ ਇਲੋਰਾ ਕੇਵਸ ਵਰ ਸ਼ਟ ਡਾਊਨ ਡਿਊ ਟੂ ਦਾ COVID-19 ਪੈਂਡੈਮਿਕ। ਦੀਜ਼ ਕੇਵਸ ਆਰ ਸਿਚੁਏਟਡ ਇਨ, ਠੀਕ ਹੈ, ਕਿੱਥੇ ਨੇਗੀਆਂ, ਔਰੰਗਾਬਾਦ ਦੇ ਵਿੱਚ, ਠੀਕ ਹੈ, ਔਰੰਗਾਬਾਦ ਦੇ ਵਿੱਚ ਹੈਗੀਆਂ ਨੇਗੀਆਂ ਇਹ। ਤੇ ਔਰੰਗਾਬਾਦ ਕਿੱਥੇ ਹੈ, ਮਹਾਰਾਸ਼ਟਰ ਦੇ ਵਿੱਚ, ਕਿੱਥੇ ਹੈ, ਮਹਾਰਾਸ਼ਟਰ ਦੇ ਵਿੱਚ ਹੈਗਾ ਗਾ, ਤੁਸੀਂ ਯਾਦ ਰੱਖਣਾ। ਜਿਹੜੀਆਂ ਅਜੰਤਾ ਐਂਡ ਇਲੋਰਾ ਕੇਵਸ ਨੇ ਬੁੱਧਿਸਟ ਕੇਵਸ ਨੇਗੀਆਂ, ਇਹ ਵੀ ਤੁਸੀਂ ਯਾਦ ਰੱਖਿਓ। ਤੇ ਜਿਹੜੀਆਂ ਇਹ ਕੇਵਸ ਨੇਗੀਆਂ ਵਰਲਡ ਹੈਰੀਟੇਜ ਸਾਈਟਸ ਜਿਹੜੀਆਂ ਬਣੀਆਂ ਸੀ, ਫਸਟ ਵਰਲਡ ਹੈਰੀਟੇਜ ਸਾਈਟਸ ਬਣੀਆਂ ਸੀਗੀਆਂ, ਠੀਕ ਹੈ। ਤੇ ਨਾਲ ਇੱਕ ਆਗਰਾ ਫੋਰਟ, ਤੇ ਦੋਨੋਂ 1983 ਦੇ ਵਿੱਚ ਫਸਟ ਟਾਈਮ ਆਪਣੇ ਇੰਡੀਆ ਜਿਹੜੀ ਵਰਲਡ ਹੈਰੀਟੇਜ ਸਾਈਟਸ ਬਣੀਆਂ ਸੀ, ਇਹ 3 ਬਣੀਆਂ ਸੀਗੀਆਂ, ਆਗਰਾ ਫੋਰਟ, ਅਜੰਤਾ ਕੇਵਸ ਤੇ ਅਲੋਰਾ ਕੇਵਸ, ਇਹ ਤੁਸੀਂ ਯਾਦ ਰੱਖਣੇ ਹੋ। 1983 'ਚ ਬਣਾਈਆਂ ਗਈਆਂ ਸੀਗੀਆਂ। ਸਿੱਧਾ ਕੁਐਸਚਨ ਪੁੱਛਿਆ ਜਾਂਦਾ ਕਿ ਫਸਟ ਜਿਹੜੀ ਸਿਟੀ ਸੀ, ਫਸਟ ਸਾਈਟ ਸੀ ਜਿਹੜੀ ਵਰਲਡ ਹੈਰੀਟੇਜ ਸਾਈਟ ਘੋਸ਼ਿਤ ਕੀਤੀ ਗਈ ਯੂਨੈਸਕੋ ਦੁਆਰਾ ਇੰਡੀਆ ਦੇ ਵਿੱਚ, ਤਾਂ ਉਹ ਕਿਹੜੀ ਸੀਗੀ, ਤਾਂ ਤੁਸੀਂ ਯਾਦ ਰੱਖਣੀਆਂ ਇਹ 3 ਸੀਗੀਆਂ 1983 ਦੇ ਵਿੱਚ, 1983 ਦੇ ਵਿੱਚ। ਨੈਕਸਟ ਕੁਐਸਚਨ ਕੀ ਹੈ, ਹੂ ਬਿਕਮ ਦਾ ਫਸਟ ਇੰਡੀਅਨ ਵੂਮਨ ਕ੍ਰਿਕਟਰ ਟੂ ਸਕੋਰ 10,000 ਇੰਟਰਨੈਸ਼ਨਲ ਰਨਸ, ਠੀਕ ਹੈ, 10,000 ਇੰਟਰਨੈਸ਼ਨਲ ਰਨਸ ਫਸਟ ਇੰਡੀਅਨ ਵੂਮਨ, ਬਹੁਤ ਹੀ ਗਰਵ ਦੀ ਗੱਲ ਹੈ ਆਪਣੇ ਲਈ। ਕੌਣ ਬਣ ਗਈ, ਮਿਥਾਲੀ ਰਾਜ, ਠੀਕ ਹੈ, ਜਿਹੜੀ ਕਿ ਆਪਣੀ ODI ਤੇ ਟੈਸਟ ਦੀ ਕੈਪਟਨ, ਠੀਕ ਹੈ, ODI ਤੇ ਟੈਸਟ ਦੀ ਕੈਪਟਨ ਨੇਗੇ ਮਿਥਾਲੀ ਰਾਜ, ਠੀਕ ਹੈ। ਤੇ ਉਹ ਕੀ ਬਣ ਗਏ ਨੇ, ਸਭ ਤੋਂ ਜ਼ਿਆਦਾ ਜਲਦੀ ਫਸਟ ਇੰਡੀਅਨ ਬਣ ਗਏ ਨੇਗੇ ਜਿਨ੍ਹਾਂ ਨੇ 10,000 ਇੰਟਰਨੈਸ਼ਨਲ ਰਨ ਬਣਾਤੇ ਨੇਗੇ, ਠੀਕ ਹੈ। ਨਾਲ ਇਹ ਯਾਦ ਰੱਖਣਾ ਤੁਸੀਂ, ਮਤਲਬ ਕਿ ਸਾਰੇ ਫਾਰਮੈਟਸ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਵਿੱਚ ਜਿਨ੍ਹਾਂ ਨੇ ਡੈਬਿਊ ਕੀਤਾ ਉਹ ਹੈਗੇ ਨੇ ਸ਼ਿਫਾਲੀ ਵਰਮਾ, ਠੀਕ ਹੈ। ਇਹ ਵੀ ਕੁਐਸਚਨ ਪਿੱਛੇ ਜੇ ਪੁੱਛਿਆ ਗਿਆ ਸੀਗਾ, ਠੀਕ ਹੈ। ਨਾਲ ਇੱਕ ਕੁਐਸਚਨ ਹੋਰ ਪੁੱਛਿਆ ਜਾਂਦਾ ਹੈ ਕਿ ਪਿੰਕ ਟੈਸਟ ਦੇ ਵਿੱਚ, ਪਿੰਕ ਟੈਸਟ ਬੋਲ ਜਿਹੜਾ ਪਿੰਕ ਬੋਲ ਟੈਸਟ ਹੁੰਦਾ ਜਿਹੜਾ ਕਿ ਵੂਮੈਨਸ ਦਾ ਖੇਡਿਆ ਗਿਆ ਸੀਗਾ, ਉਹਦੇ ਵਿੱਚ ਫਸਟ ਕੌਣ ਬਣ ਗਈ ਇੰਡੀਆ ਦੇ ਜਿਨ੍ਹਾਂ ਨੇ ਸੈਂਚੁਰੀ ਮਾਰੀ, 100 ਮਾਰਿਆ, ਤਾਂ ਸਮ੍ਰਿਤੀ ਮੰਧਾਨਾ ਨੇ ਜਿਹੜੇ ਫਸਟ ਬਣ ਗਏ ਨੇ ਜਿਨ੍ਹਾਂ ਨੇ ਪਿੰਕ ਬੋਲ ਟੈਸਟ ਦੇ ਵਿੱਚ 100 ਮਾਰਿਆ ਹੈਗਾ। ਨਾਲ ਇੱਕ ਹੋਰ ਕੁਐਸਚਨ ਯਾਦ ਰੱਖਿਓ ਤੁਸੀਂ, ਜਿਹੜਾ ਹੁਣੇ ਰੀਸੈਂਟ 2-3 ਦਿਨ ਪਹਿਲਾਂ ਦੀ ਗੱਲ ਹੈ, ਕਿ ਜਿਹੜਾ ਮਿਥਾਲੀ ਰਾਜ ਸੀਗੇ, ਇਹਨਾਂ ਨੇ ਸਭ ਤੋਂ ਛੋਟੀ ਉਮਰ 'ਚ 100 ਮਾਰਿਆ ਸੀ, ODI 100, ਠੀਕ ਹੈ। ਉਹਦਾ ਰਿਕਾਰਡ ਤੋੜਿਆ ਕਿਨੇ, ਐਮੀ ਹੰਟਰ ਨੇ, ਐਮੀ ਹੰਟਰ ਜਿਹੜੇ ਕਿ ਆਇਰਲੈਂਡ ਦੇ ਪਲੇਅਰ ਨੇਗੇ, ਠੀਕ ਹੈ। ਇਹਨਾਂ ਨੇ ਸਭ ਤੋਂ ਛੋਟੀ ਉਮਰ 'ਚ ਹੁਣ 100 ਮਾਰਤਾ ਹੈਗਾ। ਸਭ ਤੋਂ ਪਹਿਲਾਂ ਟਾਰਗੇਟ ਕਿਨੇ ਬਣਾਇਆ ਸੀਗਾ, 1999 ਦੇ ਵਿੱਚ ਲਗਭਗ ਮਿਥਾਲੀ ਰਾਜ ਨੇ, ਠੀਕ ਹੈ, ਇਹ ਤੁਸੀਂ ਯਾਦ ਰੱਖੋ। ਨੈਕਸਟ ਕੁਐਸਚਨ ਕੀ ਹੈ, ਚਾਈਨਾ ਨੇਮਸ ਇਟਸ ਫਸਟ ਮਾਰਸ ਰੋਵਰ ਐਜ਼, ਠੀਕ ਹੈ। ਚਾਈਨਾ ਨੇ ਆਪਦਾ ਫਸਟ ਰੋਵਰ ਕੀ ਨਾਮ ਕੀ ਰੱਖਿਆ ਹੈਗਾ ਰੋਵਰ ਦਾ, ਜਰੋਂਗ, ਠੀਕ ਹੈ, ਜਰੋਂਗ ਰੋਵਰ ਰੱਖਿਆ ਹੈਗਾ, ਠੀਕ ਹੈ। ਤੇ ਨਾਲ ਯਾਦ ਰੱਖਿਓ ਤੁਸੀਂ ਮਿਸ਼ਨ ਕਿਹੜਾ ਸੀਗਾ ਜਿਹਦੇ ਵਿੱਚ ਔਰਬਿਟਰ ਵੀ ਸੀਗਾ, ਇਹ ਰੋਵਰ ਸੀ ਜਿਹਦਾ ਨਾਮ ਜਰੋਂਗ ਹੈਗਾ, ਠੀਕ ਹੈ। ਮਿਸ਼ਨ ਸੀਗਾ ਧਿਆਨ 1, ਠੀਕ ਹੈ। ਇਹ ਮਿਸ਼ਨ ਸੀਗਾ ਮਾਰਸ ਤੇ ਕਿਹਦਾ, ਚਾਈਨਾ ਦਾ, ਜਿਹਦੇ ਰਾਹੀਂ ਉਹਨਾਂ ਨੇ ਇੱਕ ਰੋਵਰ ਉਤਾਰਿਆ, ਠੀਕ ਹੈ, ਔਰਬਿਟਰ ਭੇਜਿਆ ਕਿੱਥੇ, ਮਾਰਸ ਤੇ, ਇਹ ਤੁਸੀਂ ਯਾਦ ਰੱਖੋ, ਠੀਕ ਹੈ। ਇਹ ਅੱਜ ਦੇ ਕੀ ਸੀਗੇ ਤੁਹਾਡੇ 20 ਕੁਐਸਚਨ ਸੀਗੇ, ਠੀਕ ਹੈ। ਐਵੇਂ ਹੀ ਆਪਾਂ ਰੋਜ਼ ਵੀਡੀਓਜ਼ ਲਗਾਉਂਦੇ ਲੈ ਕੇ ਆਵਾਂਗੇ ਤੁਹਾਡੇ ਲਈ, ਠੀਕ ਹੈ। ਤੁਸੀਂ ਇਹਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਤੇ ਜਿਹੜੀਆਂ ਸਾਇੰਸ ਐਂਡ ਟੈਕਨੋਲੋਜੀ ਦੇ ਮੈਰਾਥਨ ਨੇਗੀਆਂ ਉਹਨੂੰ ਵੀ ਦੇਖੋ ਤੁਸੀਂ, ਉਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੋਏਗਾ। ਆਉਣ ਵਾਲੇ ਜਿਹੜਾ ਸਬ ਇੰਸਪੈਕਟਰ ਦਾ ਟੈਕਨੀਕਲ ਦਾ ਪੇਪਰ ਆ ਹੁਣ, ਠੀਕ ਹੈ, PSPCL ਦਾ ਪੇਪਰ ਆ ਰਿਹਾ, ਠੀਕ ਹੈ, PSPCL ਦਾ ਹੋ ਗਿਆ, ਜਾਂ ਸਬ ਇੰਸਪੈਕਟਰ ਜਿਹੜਾ ਪੇਪਰ ਦੁਬਾਰਾ ਹੋਣਾ ਹੈਗਾ, ਜਾਂ ਨਾਇਬ ਤਹਿਸੀਲਦਾਰ ਦਾ ਪੇਪਰ, ਉਹਨਾਂ ਸਾਰਿਆਂ 'ਚ ਇਹ ਪੇਪਰ 'ਚੋਂ ਕੁਐਸਚਨ ਤੁਸੀਂ ਐਂ ਲਗਾ ਲਓ ਵੀ ਲਗਭਗ ਤੁਹਾਨੂੰ ਮਿਲ ਹੀ ਜਾਣਗੇ, ਠੀਕ ਹੈ। ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨੋਟਸ ਜ਼ਰੂਰ ਬਣਾਓ। ਨੋਟਸ ਬਣਾਓਗੇ ਤਾਂ ਬਾਅਦ 'ਚ ਰਿਵੀਜ਼ਨ ਕਰਨੀ ਸੌਖੀ ਰਹਿੰਦੀ। ਬਾਕੀ PDF ਤੁਹਾਨੂੰ ਮਿਲ ਜੇਗੀ। PDF ਕਿੱਥੇ ਮਿਲੇਗੀ ਤੁਹਾਨੂੰ, ਟੈਲੀਗ੍ਰਾਮ ਦਾ ਲਿੰਕ ਜਿਹੜਾ ਕਿ ਨੀਚੇ ਡਿਸਕ੍ਰਿਪਸ਼ਨ 'ਚ ਹੈ। ਟੈਲੀਗ੍ਰਾਮ 'ਤੇ ਆਪਾਂ ਕੀ ਕਰ ਰਹੇ ਹਾਂਗੇ, ਰੋਜ਼ ਕੋਈ ਨਾ ਕੋਈ ਟ੍ਰਿਕ ਬਣਾ ਕੇ ਪਾ ਰਹੇ ਹਾਂਗੇ ਤੁਹਾਡੇ ਲਈ, ਉਹ ਟ੍ਰਿਕ ਵੀ ਤੁਸੀਂ ਜਾ ਕੇ ਜ਼ਰੂਰ ਦੇਖਣੀ ਹੈਗੀ ਜਿਹਦੇ ਨਾਲ ਤੁਹਾਨੂੰ ਫਾਇਦਾ ਹੋ ਜਾਏਗਾ, ਠੀਕ ਹੈ। ਥੈਂਕ ਯੂ ਸੋ ਮਚ।